तिहाड़ जेल तो 5 होर वीर आ चुके आ बाहर। माफ़ी चाहना, पहला मैं गलत दस चुकिया सी, 6 लोग आ चुके हैं बाहर। थोड़े 2 मिनट फोटो लैन दो, सारे आ जाओ, वो अगे कर दो उन्होंने। हाँ फोटो में थोड़ा खुला खुला थोड़ा इधर होया, तुसी अगे आओ थोड़ा जा। हाँ जी हाँ भाई लाइट सेंटर ते इत्थे देखो सारे। किसान एकता जिंदाबाद जिंदाबाद जिंदाबाद, लोक एकता जिंदाबाद जिंदाबाद जिंदाबाद, मोदी सरकार मुर्दाबाद मुर्दाबाद मुर्दाबाद, काले कानून वापस लो वापस लो वापस लो। 26 ਤੇ 29 ਦੀਆਂ ਘਟਨਾਵਾਂ ਤੋਂ ਬਾਅਦ ਅੱਜ ਤੁਹਾਡੇ ਸਾਹਮਣੇ ਹੈ ਕਿ ਜਿੰਨਾ ਜ਼ਬਰ ਪੁਲਿਸ ਦਾ 26 ਤੇ 29 ਨੂੰ ਹੋਇਆ ਉਹ ਜ਼ਬਰ ਜਾਰੀ ਵੀ ਰਿਹਾ, ਪਰ ਉਸ ਜ਼ਬਰ ਦਾ ਮੁਕਾਬਲਾ ਜਿੰਨੇ ਬੇਦੋਸ਼ੇ ਨੌਜਵਾਨ ਤੁਹਾਡੇ ਸਾਹਮਣੇ ਖੜੇ ਆ ਜਿਹਨਾਂ ਦੇ ਵਿੱਚ ਗਏ ਸੀ, ਇਹਨਾਂ ਨੇ ਵੀ ਡਟ ਕੇ ਮੁਕਾਬਲਾ ਕੀਤਾ। ਔਰ ਬਾਹਰ ਜਿਹੜੇ ਲੜਨ ਵਾਲੇ ਸੰਯੁਕਤ ਕਿਸਾਨ ਮੋਰਚਾ ਸਾਡੀ ਦਿੱਲੀ ਵਿਖੇ ਕਾਹਲੋਂ ਸਾਹਿਬ ਦੀ ਅਗਵਾਈ ਚੱਲ ਰਹੀ ਵਕੀਲਾਂ ਦੀ ਟੀਮ ਨੇ ਬਹੁਤ ਹੀ ਸਿਆਣਪ ਨਾਲ, ਬਹੁਤ ਹੀ ਦਲੀਲ ਨਾਲ ਉਹਨਾਂ ਝੂਠੇ ਕੇਸਾਂ ਦਾ ਮੁਕਾਬਲਾ ਕੀਤਾ। ਉਹਦਾ ਸਬੂਤ ਅੱਜ ਇਹ ਹੈ ਕਿ ਜਿਹੜੇ 149 ਬੇਦੋਸ਼ੇ ਕਿਸਾਨ ਜਿਹੜਾ ਨੇ ਵੀ ਸਰਕਾਰ ਨੇ ਬੜੇ ਗਲਤ ਤਰੀਕੇ ਨਾਲ ਝੂਠੇ ਪਰਚੇ ਪਾ ਕੇ ਜਿਹੜਾ ਭੇਜੇ ਸੀ, ਅੱਜ ਉਹਨਾਂ ਦੇ ਵਿੱਚੋਂ 119 ਬਾਹਰ ਆ ਚੁੱਕੇ ਨੇ। ਕੇਵਲ 30 ਅੰਦਰ ਨੇ ਜਿਹੜੇ ਅਗਲੇ ਹਫ਼ਤੇ ਦੇ ਵਿੱਚ ਮੈਂ ਕਹਿੰਦਾ ਉਹ ਵੀ ਬਾਹਰ ਆ ਜਾਣਗੇ। ਔਰ ਮੈਂ ਇਹ ਸਮਝਦਾ ਵੀ ਇਹ ਬਹੁਤ ਵੱਡਾ, ਮੈਂ ਕਹਿੰਦਾ ਵੀ ਜਵਾਬ ਹੈ ਪੁਲਿਸ ਨੂੰ ਔਰ ਸਰਕਾਰ ਨੂੰ ਵੀ। ਔਰ ਉਹਨਾਂ ਦੇ ਮੂੰਹ ਦੇ ਉੱਪਰ ਇੱਕ ਚਪੇੜ ਵੀ ਹੈ ਵੀ ਐਡਾ ਵੱਡਾ ਧੱਕਾ ਕਰਕੇ ਐਡੇ ਗਲਤ ਤਰੀਕੇ ਨਾਲ ਗਲਤ ਧਾਰਾਵਾਂ ਦੇ ਵਿੱਚ ਜਿਨ੍ਹਾਂ ਨੇ ਸਟੈਂਡ ਨਹੀਂ ਕੀਤਾ ਕਿਤੇ ਕੋਰਟ ਦੇ ਵਿੱਚ ਜਾ ਕੇ ਜਾਂ ਕਿਸੇ ਹੋਰ ਪ੍ਰਕਿਰਿਆ ਦੇ ਵਿੱਚ, ਵੀ ਇੰਨੀ ਜਲਦੀ ਧੜਾ ਧੜ ਨੌਜਵਾਨ ਜਿਹੜੇ ਬਾਹਰ ਆਏ, ਕਿਸਾਨ ਬਾਹਰ ਆਏ ਹੈ, ਇਹ ਗੱਲ ਸਾਬਤ ਕਰਦੀ ਹੈ ਕਿ ਬਿਲਕੁਲ ਸਾਰੀਆਂ ਸਟੋਰੀਆਂ ਪੁਲਿਸ ਦੀਆਂ ਝੂਠੀਆਂ ਸਨ, ਬੇਬੁਨਿਆਦ ਸਨ, ਉਹਨਾਂ 'ਚ ਕੋਈ ਸੱਚਾਈ ਨਹੀਂ ਸੀ। ਅਗਲੀ ਗੱਲ ਇਹ ਹੈ ਵੀ ਸਾਰੇ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਸੀ ਧੱਜੀਆਂ ਉਡਾ ਕੇ ਪੁਲਿਸ ਕਸਟਡੀ ਦੇ ਵਿੱਚ ਇਹਨਾਂ ਦੀ ਮੂੰਹ ਬੋਲਿਆ, ਇਹਨਾਂ ਨੇ ਵੀ ਇਹਨਾਂ ਨੂੰ ਟੌਰਚਰ ਵੀ ਕੀਤਾ ਗਿਆ, ਈਵਨ ਜੇਲ੍ਹ ਦੇ ਵਿੱਚ ਆ ਕੇ। ਮੈਂ ਤਾਂ ਕਹਿੰਦਾ ਵੀ ਜਦੋਂ ਪੁਲਿਸ ਕਸਟਡੀ 'ਚੋਂ ਕੋਈ ਮੈਜਿਸਟਰੇਟ ਦੇ ਪੇਸ਼ ਹੋ ਕੇ ਕੋਈ ਜੇਲ੍ਹ 'ਚ ਆ ਜਾਂਦਾ ਹੈ ਨਾ, ਤਾਂ ਜੇਲ੍ਹ 'ਚ ਕਿਸੇ ਨੂੰ ਵੀ ਟੌਰਚਰ ਕਰਨਾ, ਕਿਸੇ ਨੂੰ ਕੋਈ ਗਲਤ ਲੈਂਗੁਏਜ ਨਾਲ ਕਿਸੇ ਤਰ੍ਹਾਂ ਉਸਦੀ ਉਹ ਕਰਨੀ, ਤਾਂ ਇਹ ਬਹੁਤ ਵੱਡੀ ਜੇਲ੍ਹ ਮੈਨੂਅਲ ਦੀ ਔਰ ਜਿਹੜਾ ਕੌਂਸਟੀਟਿਊਸ਼ਨ ਹੈ ਉਹਦੀ ਬਹੁਤ ਉਲੰਘਣਾ ਹੈ ਸਾਰੇ ਜਮਹੂਰੀ ਅਧਿਕਾਰਾਂ ਦੀ। ਇਹ ਜੇਲ੍ਹ 'ਚ ਵੀ ਕੀਤਾ, ਇਹ ਕਦੇ ਸੁਣਿਆ ਨਹੀਂ ਆਜ਼ਾਦ ਭਾਰਤ ਦੇ ਵਿੱਚ ਜਾਂ ਜਮਹੂਰੀਅਤ ਦੇ ਵਿੱਚ ਇਹ ਕਦੇ ਨਹੀਂ ਇਸ ਤਰ੍ਹਾਂ ਹੋਇਆ। ਪਰ ਪਤਾ ਨਹੀਂ ਕਿਸ ਤਰ੍ਹਾਂ ਵੀ ਕਿੰਨੇ ਵੱਡੇ ਦੋਸ਼ੀ ਸਨ। ਇਹ ਕੋਈ ਕ੍ਰਿਮੀਨਲ ਲੋਕ ਤਾਂ ਹੈ ਨਹੀਂ, ਇਹ ਕਿਸਾਨ ਨੇ, ਕਿਸਾਨੀ ਮੰਗਾਂ ਪਿੱਛੇ ਤੇ ਆਏ ਲੜਨ ਦੇ ਲਈ, ਜਿਹੜੀਆਂ ਲਈ ਲੜਾਈ ਹੁਣ ਜਾਰੀ ਹੈ ਅਜੇ ਤੱਕ। ਔਰ ਉਹਨਾਂ ਪਿੱਛੇ ਲੜਦੇ ਹੋਏ ਕੋਈ ਐਸਾ ਗੁਨਾਹ ਵੀ ਨਹੀਂ ਸੀ ਵੀ ਇੰਨੀਆਂ ਆਮ ਘਟਨਾਵਾਂ ਦੇ ਵਿੱਚ, ਜਿਵੇਂ 29 ਤਰੀਕ ਦੀ ਘਟਨਾ 'ਚ ਇਨਵੋਲਵ ਨੇ ਸਾਰੇ। 29 ਤਰੀਕ ਦੀ ਘਟਨਾ ਕੀ ਸੀ ਵੀ ਘਟਨਾ ਐਸੀ ਸੀ ਜਿੱਥੇ ਬੀਜੇਪੀ RSS ਦੇ ਗੁੰਡੇ ਯੋਜਨਾਬੱਧ ਤਰੀਕੇ ਨਾਲ ਇੱਕ ਧਰਨਾ, ਇੱਕ ਸਟੇਜ ਦੇ ਉੱਪਰ ਹਮਲਾ ਕਰਨ ਆਏ। ਔਰ ਇਹ ਜੇ ਨੌਜਵਾਨ ਉੱਥੇ ਹੈ ਵੀ ਨਹੀਂ ਸੀ ਬਹੁਤ, ਜਿਹੜੇ ਖੜੇ ਵੀ ਸੀ ਉਹਨਾਂ ਵੀ ਇਹਨਾਂ ਨੂੰ ਵੰਗਾਰਿਆ, ਕਿਉਂਕਿ ਉਹ ਬੜਾ ਗੈਰ ਜਮਹੂਰੀ ਢੰਗ ਸੀ, ਇੱਕ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਰਹੇ ਸੀ। ਤਾਂ ਉਹਦੇ ਘਟਨਾ ਦੇ ਵਿੱਚ ਇਹ ਲੋਕ ਜਿਹੜੇ ਸਾਰੇ ਸੀ ਨੌਜਵਾਨ, ਇਹ ਤਾਂ ਕੋਈ ਨਰੇਲੇ 'ਚ ਆਪਣਾ ਕੋਈ ਸਮਾਨ ਖਰੀਦਣ ਗਿਆ, ਕੋਈ ਕਿਸੇ ਪਾਸੇ ਖੜਾ ਸੀ, ਕਿਸੇ ਨੇ ਉੱਥੋਂ ਪਿਕਅਪ ਕੀਤਾ, ਕਿਸੇ ਨੇ ਉੱਥੋਂ ਪਿਕਅਪ ਕੀਤਾ ਕਰਕੇ ਸਾਰਿਆਂ ਦੇ ਉੱਪਰ ਪਰਚੇ ਵੀ ਇਹੋ ਜਿਹੇ ਦਰਜ ਕੀਤੇ 307, 395, 397, 353, 120 ਵਗੈਰਾ ਵੀ, ਜਿਹੜੇ ਸਾਰੇ ਬੜੀਆਂ ਸੀਰੀਅਸ ਧਾਰਾਵਾਂ ਨੇ ਕਾਨੂੰਨ ਦੀਆਂ। ਇਸ ਇੰਟੈਂਸ਼ਨ ਨਾਲ ਤਾਂ ਕਿ ਇਹਨਾਂ ਦੀ ਜ਼ਮਾਨਤ ਵੀ ਨਾ ਹੋਵੇ, ਬਹੁਤ ਦੇਰ ਅੰਦਰ ਰਹਿਣ। ਪਰ ਮੈਂ ਤਾਂ ਧੰਨਵਾਦੀ ਹਾਂ ਕਾਹਲੋਂ ਸਾਹਿਬ ਉਹਨਾਂ ਦਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸੰਯੁਕਤ ਕਿਸਾਨ ਮੋਰਚਾ ਜਿਹੜਾ ਇਕੱਠੇ ਹੋ ਕੇ ਚੱਲ ਰਹੇ ਸੀ, ਇਹਨਾਂ ਦੀ ਜੁਆਇੰਟ ਐਫਰਟ ਸੀ। ਇੰਨੀ ਜੁਆਇੰਟ ਐਫਰਟ ਸੀ ਵੀ ਇਸ ਨੇ ਇੱਕ ਇੱਕ ਕਰਕੇ ਸਾਰੀ ਸਕਰੂਟਨੀ ਕਰਕੇ ਸਾਰੇ ਕੇਸਾਂ ਦੀ
ਜ਼ਮਾਨਤਾਂ ਲਾਈਆਂ। ਔਰ ਮੈਂ ਤਾਂ ਇਸ ਦੇ ਵਿੱਚ ਜੁਡੀਸ਼ਰੀ ਦਾ ਵੀ ਧੰਨਵਾਦੀ ਹਾਂ ਅੱਜ ਕਿ ਜਿਨ੍ਹਾਂ ਨੇ ਨਾ ਕੋਈ ਸਰਕਾਰ ਦਾ ਪ੍ਰੈਸ਼ਰ ਕਬੂਲਿਆ, ਨਾ ਕਿਸੇ ਪੁਲਿਸ ਦਾ ਪ੍ਰੈਸ਼ਰ ਕਬੂਲਿਆ, ਸਗੋਂ ਪ੍ਰੋਸੀਕਿਊਸ਼ਨ ਨੂੰ, ਸਰਕਾਰ ਨੂੰ ਬੜੀਆਂ ਝਾੜਾਂ ਪਾਈਆਂ ਇੱਕ ਹੀ ਕੇਸ ਦੇ ਵਿੱਚ ਵੀ ਤੁਸੀਂ ਐਸੇ ਪਰਚੇ ਮਨਘੜਤ ਸਟੋਰੀਆਂ ਦਰਜ ਕਰਕੇ ਇਹਨਾਂ ਬੇਦੋਸ਼ੇ ਲੋਕਾਂ ਨੂੰ, ਕਿਸਾਨਾਂ ਨੂੰ ਜਿਹੜਾ ਇਨਸਾਫ ਲੈਣ ਲਈ ਆਏ ਤੁਹਾਡੇ ਦਰਾਂ ਦੇ ਉੱਪਰ ਤੁਸੀਂ ਜਿਹੜਾ ਵੀ ਤੁਰ ਰਹੇ ਹੋ ਇਸ ਤਰ੍ਹਾਂ, ਤਾਂ ਇਹ ਝਾੜਾਂ ਪਾਉਣ ਤੋਂ ਬਾਅਦ ਇਹਦਾ ਸਿੱਟਾ ਹੈ ਕਿ ਸਾਰੇ ਜਿਹੜੇ ਕਿਸਾਨ ਨੌਜਵਾਨ ਬਾਹਰ ਜੇਲ੍ਹਾਂ ਦੇ ਵਿੱਚੋਂ ਆ ਰਹੇ ਨੇ ਔਰ ਇੱਕ ਇੱਕ ਕਰਕੇ ਜਿਹੜੇ ਬਾਕੀ ਨੇ ਉਹ ਵੀ ਆ ਰਹੇ ਆ। ਮੈਂ ਨਾਲ ਇਹ ਵੀ ਕਹਿੰਦਾ ਵੀ ਜਿਹੜਾ ਇਹਨਾਂ ਦੇ ਉੱਪਰ ਕੋਈ ਤਸ਼ੱਦਦ ਪੁਲਿਸ ਕਸਟਡੀ 'ਚ ਹੋਇਆ, ਚਾਹੇ ਜੇਲ੍ਹ ਦੇ ਵਿੱਚ ਵੀ ਹੋਇਆ, ਉਹ ਸਾਡਾ ਅਗਲਾ ਪਾਰਟ ਹੈ। ਸਾਡੀ ਪਹਿਲੀ ਜ਼ਿੰਮੇਵਾਰੀ ਇਹ ਹੈ ਵੀ ਇਹ ਸਾਰੇ ਜੇਲ੍ਹਾਂ ਤੋਂ ਬਾਹਰ ਆਉਣ, ਉਹ ਅਸੀਂ ਲਿਆਉਣ ਦੇ ਵਿੱਚ ਸਫਲ ਹੋ ਗਏ ਆ। ਅਗਲਾ ਪਾਰਟ ਇਹ ਹੈ ਵੀ ਜਿਨ੍ਹਾਂ ਨੇ ਵੀ ਇਹਨਾਂ ਦੇ ਖਿਲਾਫ, ਭਾਵੇਂ ਉਹ ਪੁਲਿਸ ਕਸਟਡੀ ਦੇ ਵਿੱਚ ਹੈ ਜਾਂ ਜੇਲ੍ਹ ਦੇ ਵਿੱਚ ਹੈ, ਕੋਈ ਵੀ ਅਧਿਕਾਰੀ ਛੋਟਾ ਹੋਵੇ ਵੱਡਾ ਹੋਵੇ, ਉਹ ਸਾਰਿਆਂ ਦੇ ਨਾਂ ਸਾਨੂੰ ਪਤਾ ਲੱਗ ਜਾਣੇ ਆ, ਪਤਾ ਕਰ ਵੀ ਲੈਣੇ ਅਸੀਂ, ਐਵੀਡੈਂਸ ਵੀ ਕਲੈਕਟ ਕਰਾਂਗੇ ਤੇ ਉਹਦੇ ਬਾਅਦ ਉਹਨਾਂ ਸਾਰਿਆਂ ਦੇ ਖਿਲਾਫ ਇਸਤਗਾਸੇ ਦਾਇਰ ਕਰਾਂਗੇ ਕੋਰਟਾਂ ਦੇ ਵਿੱਚ। ਕਾਲੋਂ ਸਾਹਿਬ ਖੜੇ, ਇਹਨਾਂ ਨੂੰ ਭਲੀ ਬਾਤ ਪਤਾ ਹੈ ਕਿਸੇ ਪੁਲਿਸ ਅਫਸਰ ਦੇ ਖਿਲਾਫ ਇਸਤਗਾਸਾ ਕੋਰਟ 'ਚ ਦਾਇਰ ਹੋ ਜੇ ਨਾ ਤਾਂ ਉਹਦੀ ਤਾਂ ਫਿਰ ਜਾਨ ਨੂੰ ਪੈ ਜਾਂਦੀਆਂ, ਮਿੰਨਤਾਂ ਕੱਢਦਾ ਫਿਰਦਾ। ਇਹਨਾਂ ਦੇ ਸਾਹਮਣੇ ਇਹਨਾਂ ਗੋਡੇ ਫਿਰਨਾ ਮਿੰਨਤਾਂ, ਇਸਤਗਾਸਾ ਹੋਇਆ ਨੋਟਿਸ ਗਏ ਤਾਂ ਭੱਜੇ ਪਿੰਡਾਂ ਦੇ ਫਿਰਨੇ ਵੀ ਸਾਨੂੰ ਬਖਸ਼ ਦਿਓ, ਸਾਡੀ ਨੌਕਰੀ ਦਾ ਖਤਰਾ ਹੈ। ਇਹ ਵੀ ਆਉਣਾ ਅਗਲਾ ਹਮਲਾ। ਹੁਣ ਤਾਂ ਸਰਕਾਰ ਹਮਲਾਵਰ ਸੀ ਨਾ, ਉਸ ਤੋਂ ਬਾਅਦ ਕਿਸਾਨਾਂ ਨੇ ਹਮਲਾਵਰ ਹੋਣਾ, ਇਹ ਅਗਲਾ ਦੌਰ 'ਚ ਚੱਲੇਗਾ। ਸੋ ਸਾਡੀ ਜਿਹੜੀ ਪਹਿਲ ਸੀ, ਮੈਂ ਕਹਿੰਦਾ ਵੀ ਉਹਦੇ ਵਿੱਚ ਸਾਡੀ ਜਿਹੜੀ ਪ੍ਰਾਇੋਰਟੀ ਸੀ ਉਹਦੇ ਵਿੱਚ ਅਸੀਂ ਸਫਲ ਹੋਏ ਆ। ਔਰ ਦੂਜਾ ਇੱਕ ਨੋਟਿਸਾਂ ਦਾ ਪਾਰਟ ਸੀ, ਜਿੰਨੇ ਬਹੁਤ ਵੱਡੀ ਗਿਣਤੀ 'ਚ ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਸੀ 160 CRPC 91 CRPC ਦੇ ਵਿੱਚ ਵੀ ਆਓ ਫਲਾਣੀ FIR ਦੇ ਵਿੱਚ ਥੋੜੀ ਇਨਵੈਸਟੀਗੇਸ਼ਨ ਕਰਨੀ ਹੈ, ਪੁੱਛ ਪੜਤਾਲ ਕਰਨੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਬੜਾ ਸਮੇਂ ਸਿਰ ਫੈਸਲਾ ਕੀਤਾ। ਅਸੀਂ ਇੱਕ ਐਜੀਟੇਸ਼ਨ ਦੀ ਇੱਕ ਜਿਹੜਾ ਐਕਸ਼ਨ ਦੀ ਕਾਲ ਦਿੱਤੀ ਪੰਜਾਬ ਦੀ 24 ਤਾਰੀਖ ਨੂੰ। ਇਹ ਕਿਹਾ ਵੀ ਤੁਸੀਂ ਸਾਰੇ ਤਹਿਸੀਲ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਧਰਨੇ ਮੁਜ਼ਾਹਰੇ ਕਰੋ, ਰਾਸ਼ਟਰਪਤੀ ਨੂੰ ਮੈਮੋਰੰਡਮ ਭੇਜੋ ਤਾਂ ਕਿ ਪੁਲਿਸ ਜਿਹੜਾ ਜ਼ਬਰ ਹੈ, ਜਿਹੜੇ ਲੋਕ ਪਿੰਡਾਂ 'ਚ ਵੀ ਬੈਠੇ ਹੈ ਉਹਨਾਂ ਨੂੰ ਡਰਾ ਕੇ ਧਮਕਾ ਕੇ ਮੋਰਚਿਆਂ 'ਚ ਨਾ ਆਉਣ, ਜਿਹੜੇ ਮੋਰਚਿਆਂ 'ਚ ਬੈਠੇ ਬਾਹਰ ਚਲੇ ਜਾਣ। ਉਹ ਅਸੀਂ ਜਦੋਂ ਕੀਤਾ ਤਾਂ ਮੈਂ ਤੁਹਾਨੂੰ ਅੱਜ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਕਿ ਪੁਲਿਸ ਨੇ ਉਸ ਤੋਂ ਬਾਅਦ ਨੋਟਿਸ ਨਹੀਂ ਜਾਰੀ ਕੀਤਾ ਕਿਸੇ ਕਿਸਾਨ ਨੂੰ ਹੁਣ ਤੱਕ। ਅਸੀਂ ਸਪਸ਼ਟ ਕਿਹਾ ਕਿ ਜਿਹਨਾਂ ਨੂੰ ਨੋਟਿਸ ਆਏ ਨੇ, ਕਿਸੇ ਨੇ ਇਨਵੈਸਟੀਗੇਸ਼ਨ 'ਚ ਹਾਜ਼ਰ ਨਹੀਂ ਹੋਣਾ, ਕਿਸੇ ਨੇ ਪੁੱਛ ਪੜਤਾਲ 'ਚ ਹਾਜ਼ਰ ਨਹੀਂ ਹੋਣਾ। ਅਸੀਂ ਇਹਨਾਂ ਦਾ ਜਵਾਬ ਪੋਲੀਟੀਕਲੀ ਹੀ ਦੇਵਾਂਗੇ, ਐਜੀਟੇਸ਼ਨ ਦੇ ਜ਼ਰੀਏ। ਉਹ ਜਵਾਬ ਦਿੱਤਾ ਹੈ, ਉਹਨਾਂ ਨੂੰ ਨਕੇਲ ਪਾਈ ਹੈ, ਕਿਸੇ ਨੂੰ ਇਹ ਨੋਟਿਸ ਨਹੀਂ ਗਿਆ, ਨਾ ਕੋਈ ਜਿਹੜਾ ਕਿਸਾਨ ਇਹਨਾਂ ਦੀ ਪੁੱਛ ਪੜਤਾਲ ਸ਼ਾਮਲ ਹੋਇਆ। ਸੋ ਇਹ ਵੀ ਜਿਹੜਾ ਜ਼ਬਰ ਸੀ, ਇਹ ਵੀ ਜਿਹੜਾ ਸਹਿਮ ਪੁਲਿਸ ਜਿਹੜੀ ਫੈਲਾ ਰਹੀ ਸੀ, ਉਹਦਾ ਵੀ ਜਵਾਬ ਦੇ ਦਿੱਤਾ। ਹੁਣ ਦੁਬਾਰਾ ਫੇਰ ਇਹ ਨੌਜਵਾਨ ਕਿਸਾਨ ਜਿਹੜੇ ਸਾਡੇ ਸਾਹਮਣੇ ਖੜੇ ਹੈ, ਆਪਣੇ ਬੁਨਿਆਦੀ ਮਾਮਲੇ ਜਿਹੜਾ ਦੇ ਖਿਲਾਫ ਇਹ ਲੜਦੇ ਜੇਲ੍ਹਾਂ ਦੇ ਵਿੱਚ ਆਏ, ਤਿੰਨੇ ਖੇਤੀ ਕਾਨੂੰਨ, MSP ਦੇ ਕਾਨੂੰਨ, ਜਿਹੜੀ ਲੜਾਈ ਦੇ ਜਾਰੀ ਹੈ, ਉਹ ਲੜਾਈ ਦੇ ਵਿੱਚ ਸ਼ਾਮਲ ਹੋ ਰਹੇ ਆ। ਜਾ ਕੇ ਉਹ ਲੜਾਈ ਨੂੰ ਮਜ਼ਬੂਤ ਕਰਨਗੇ, ਤਕੜੀ ਕਰਨਗੇ, ਤਾਂ ਕਿ ਜਿਸ ਮਕਸਦ ਲਈ ਅਸੀਂ ਦਿੱਲੀ ਦਾ ਚਾਰੇ ਪਾਸੇ ਘਿਰਾਓ ਕੀਤਾ, ਉਸ ਮਕਸਦ ਦੇ ਵਿੱਚ ਸਫਲ ਹੋਈਏ, ਉਸ ਮੋਰਚੇ ਨੂੰ ਜਿੱਤ ਤੱਕ ਲੈ ਕੇ ਜਾਈਏ। ਸੋ ਮੈਨੂੰ ਅੱਜ ਇਹ ਬਹੁਤ ਖੁਸ਼ੀ ਵੀ ਹੈ ਇਹਨਾਂ ਤੋਂ ਸੁਣ ਕੇ, ਇਹਨਾਂ ਦੇ ਪੇਰੈਂਟਸ ਵੀ ਖੜੇ ਨੇ ਕਿ ਇਹਨਾਂ ਦੇ ਹੌਸਲੇ ਪੂਰੇ ਕਾਇਮ ਨੇ। ਇਹ ਕੋਈ ਇਹਨਾਂ ਦੇ ਅੰਦਰ ਕੋਈ ਐਸੀ ਉਹ ਨਹੀਂ ਆਈ ਵੀ ਜਿਹੜੀ ਕਿਸੇ ਦੀ ਬੇਦਲੀ ਹੋ ਗਈ ਜੇਲ੍ਹ 'ਚ ਜਾ ਕੇ, ਸਗੋਂ ਇਹ ਜ਼ਿਆਦਾ ਬਹਾਦਰ ਹੋ ਕੇ, ਜ਼ਿਆਦਾ ਤਕੜੇ ਹੋ ਕੇ, ਜ਼ਿਆਦਾ ਜੋਸ਼ ਉਤਸ਼ਾਹ ਦੇ ਵਿੱਚ ਜਿਹੜਾ ਤੋਂ ਬਾਹਰ ਆਏ ਨੇ। ਮੋਰਚਿਆਂ ਦੇ ਉੱਪਰ ਜਾਣਗੇ, ਟਿੱਕਰੀ ਵਾਲੇ ਟਿੱਕਰੀ ਜਾਣਗੇ, ਸਿੰਘੂ ਵਾਲੇ ਸਿੰਘੂ ਜਾਣਗੇ, ਤਾਂ ਕਿ ਉਹਨਾਂ ਮੋਰਚਿਆਂ ਨੂੰ ਜਦੋਂ ਇਹ ਨੌਜਵਾਨ ਸਟੇਜਾਂ ਤੋਂ ਕੱਢਣਾ ਤਾਂ ਲੋਕਾਂ 'ਚ ਬੜਾ ਭਾਰੀ ਉਤਸ਼ਾਹ ਹੋਣਾ, ਬੜਾ ਭਾਰੀ ਜੋਸ਼ ਹੋਣਾ ਵੀ ਇਹ ਉਸ ਜ਼ਬਰ ਦਾ ਟੱਕਰਾ ਕਰਕੇ ਤਿਹਾੜ ਵਰਗੀ ਜੇਲ੍ਹ ਹੈ ਜਿਹੜੀ ਸਾਰੇ ਦੇਸ਼ ਦੇ ਵਿੱਚ ਇੱਕ ਮਸ਼ਹੂਰ ਜੇਲ੍ਹ ਗਿਣੀ ਜਾਂਦੀ ਹੈ, ਬਹੁਤ ਵੱਡੇ ਕ੍ਰਾਈਮ ਵਾਲੇ ਲੋਕ ਵੀ VIP ਲੋਕ ਇਹਨਾਂ 'ਚ ਰਹਿੰਦੇ ਨੇ, ਤਾਂ ਇਹ ਉਹ ਸਾਰਾ ਮਹੀਨਾ ਡੇਢ ਮਹੀਨਾ 35 ਦਿਨ ਕੱਟ ਕੇ ਬਾਹਰ ਆਏ ਨਾ। ਮੈਂ ਕਹਿੰਦਾ ਵੀ ਇਹ ਕਿਸਾਨਾਂ ਦੇ ਲੀਡਰ ਨੇ, ਕਿਸਾਨਾਂ ਦੇ ਯੋਧੇ ਨੇ। ਜਦੋਂ ਸਿੰਘੂ ਮੋਰਚੇ ਦਾ ਇਤਿਹਾਸ ਸਿਰਜਿਆ ਜਾਣਾ ਤਾਂ ਇਹਨਾਂ ਦੇ ਨਾਂ ਪ੍ਰੋਮੀਨੈਂਟਲੀ ਉਸ ਦੇ ਵਿੱਚ ਹੋਣਗੇ, ਇਹਨਾਂ ਦੇ ਸਿਰ ਉੱਚੇ ਹੋਣਗੇ। ਸੋ ਇੰਨਾ ਮੈਂ ਥੋੜੇ ਚੈਨਲ ਦੇ ਜ਼ਰੀਏ ਦੁਬਾਰਾ ਫੇਰ ਸਾਡੀ ਸਾਰੇ ਜੁਆਇੰਟ ਐਫਰਟ, ਸੰਯੁਕਤ ਕਿਸਾਨ ਮੋਰਚਾ, ਸਾਡਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਵਕੀਲ ਸਾਹਿਬਾਨ ਕਾਲੋਂ ਸਾਹਿਬ, ਢਿੱਲੋਂ ਸਾਹਿਬ ਤੇ ਸਿਰਸਾ ਢਿੱਲੋਂ ਸਾਹਿਬ ਤੇ ਆਪਣੇ ਸੰਧੂ ਸਾਹਿਬ, ਦੂਜੇ ਕੋਹਲੀ ਸਾਹਿਬ ਖੜੇ, ਸਾਰੇ ਵਕੀਲ, ਸਾਰਿਆਂ ਦੀ ਜਿਹੜੀ ਅਗਵਾਈ ਰਹਿਨਮਾਈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੀ ਟੀਮ ਨੇ ਕੰਮ ਕੀਤਾ ਹੈ। ਔਰ ਸਾਡੇ ਨਾਲ ਕੋਆਰਡੀਨੇਟ ਕਰਕੇ ਸਾਂਝੇ ਯਤਨ ਹੈ, ਜਿਹੜੇ ਸਾਂਝੀਆਂ ਕੋਸ਼ਿਸ਼ਾਂ ਉਹਨਾਂ 'ਚ ਬੂਰ ਪਿਆ ਕਿ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਨੇ ਉਹ ਜੇਲ੍ਹਾਂ ਤੋਂ ਬਾਹਰ ਆਏ ਨੇ। ਸੋ ਮੈਂ ਇਹਨਾਂ ਸ਼ਬਦਾਂ ਨਾਲ ਦੁਬਾਰਾ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਬਾਹਰ ਤੋਂ ਆਉਣ ਵਾਲੇ ਕਿਸਾਨਾਂ ਦਾ, ਸਾਡੀ ਟੀਮ ਦਾ, ਔਰ ਤੁਹਾਡੇ ਚੈਨਲਾਂ ਦਾ, ਜਿਨ੍ਹਾਂ ਨੇ ਇਹ ਸਾਰੀ ਜਿਹੜੀ ਪ੍ਰਕਿਰਿਆ ਨੂੰ ਦੇਸ਼ ਵਿਦੇਸ਼ ਦੇ ਦਿਖਾਇਆ। ਔਰ ਸਰਕਾਰ ਦਾ ਜ਼ਬਰ, ਸਰਕਾਰ ਦਾ ਸਹਿਮ
ਸਰਕਾਰ ਦੇ ਮਾੜੇ ਕੰਮਾਂ ਨੂੰ ਉਜਾਗਰ ਕਰਕੇ ਲੋਕਾਂ ਦੇ ਵਿੱਚ ਨੰਗਾ ਕੀਤਾ ਹੈ, ਸਮਾਜ ਦੇ ਵਿੱਚ ਨੰਗਾ ਕੀਤਾ ਹੈ। ਬਹੁਤ ਬਹੁਤ ਧੰਨਵਾਦ। ਬੋਲੇ ਸੋਨਿਹਾਲ। ਬਹੁਤ ਵਧੀਆ ਗੱਲ ਹੈ ਕਿ ਸਿਰਫ 30 ਕਿਸਾਨ ਅੰਦਰ ਰਹਿ ਗਏ ਨੇ ਤੇ ਬਾਕੀ ਜਿਹੜੇ ਰਿਹਾ ਹੋ ਕੇ ਆਏ ਨੇ ਇਹਨਾਂ ਦੇ ਨਾਲ ਗੱਲ ਕਰਾਂਗੇ। ਕਿੱਥੋਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ? ਸਿੰਘੂ ਬਾਰਡਰ ਤੇ ਜੀ ਕੀ ਕਰ ਰਹੇ ਸੀ ਤੁਸੀਂ ਇਸ ਵਕਤ? ਬਾ ਕਮਰੇ ਤੇ ਗਈ ਉਤੋਂ ਚੱਕ ਲਈ ਨਰੇਲਾ ਰੋਡ ਤੇ ਕਰ ਰਹੇ ਤੇ ਬਸ ਐਸੀ ਚੱਕ ਲਈ ਤੇ ਤੁਸੀਂ ਪੁੱਛਿਆ ਕਿ ਕਿਉਂ ਗ੍ਰਿਫਤਾਰੀ ਹੋ ਰਹੀ ਹੈ ਤੁਹਾਡੀ? ਕੁਛ ਨਹੀਂ ਪੁੱਛਿਆ ਜੀ 100 ਬੰਦੇ ਖੜੇ ਤੇ ਗਈ ਔਰ ਪੁਲਿਸ ਵਾਲੇ ਦਿੱਲੀ ਵਾਲੇ ਨੂੰ ਲੰਘਣ ਦੇ ਰਹੇ ਤੇ ਗਏ ਆਪਣੇ ਪੰਜਾਬ ਵਾਲੇ ਨੂੰ ਲੰਘਣ ਦੇਣੇ ਤੇ ਅੱਛਾ, ਤੇ ਉਸ ਤੋਂ ਬਾਅਦ ਕੀ ਕੀਤਾ ਗਿਆ? ਤੁਹਾਨੂੰ ਚੁੱਕ ਕੇ ਕਿੱਥੇ ਲੈ ਕੇ ਗਿਆ? ਚੁੱਕੇ ਹੀ ਬਸ ਉੱਤੇ ਬੱਤੀਆਂ ਨੇ ਬਣੀਆਂ ਹੋਈਆਂ ਜੀ ਉੱਥੇ ਜਾ ਕੇ ਬਸ ਪਿੱਟ ਪੜਾਈ ਕਰ ਰਹੀ ਉਹਨਾਂ ਨੇ ਕੁੱਟਿਆ ਪੂਰੇ ਕੀ ਕਰਨਾ ਹੈ ਉਹ ਗਾਲੀ ਗਲੋਚ ਕਰੀ ਉਹਨਾਂ ਨੇ ਪੂਰੀ। ਫਿਰ ਸਾਨੂੰ ਥਾਣੇ 'ਚ ਲੈ ਗਏ, ਥਾਣੇ 'ਚ ਵੀ ਪੂਰਾ ਪੁੱਛਿਆ ਹਾਂ ਵੀ ਕੀ ਗੱਲਬਾਤ ਹੈ ਕੀ ਨਹੀਂ। ਫਿਰ ਵੀ ਅਸੀਂ ਨੇ ਕਿਹਾ ਹਾਂ ਵੀ ਇਸ ਤੱਕ ਕਿਸਾਨ ਅੰਦੋਲਨ ਵਾਇਆ ਕੀ ਕਰਨਾ ਹੈ, ਫਿਰ ਵੀ ਗਾਲਾਂ ਕੱਢੀਆਂ ਉਹਨਾਂ ਨੇ। ਚਲੋ ਅਸੀਂ ਸੁਣੀ ਗਏ ਜੀ। ਫਿਰ ਸਾਨੂੰ ਕਹਿੰਦੇ ਘੰਟੇ ਤੱਕ ਛੱਡ ਦਾਂਗੇ, 2 ਘੰਟੇ ਤੱਕ ਛੱਡ ਦਾਂਗੇ। ਐਵੇਂ ਰਾਤ ਲੰਘੀ ਬੈਠਿਆਂ ਦੀ। ਫਿਰ ਬਾਅਦ 'ਚੋਂ ਕਹਿੰਦੇ ਹਾਂ ਵੀ ਤਿਹਾੜ ਜੇਲ੍ਹ 'ਚ ਆ ਗਈ। ਬਾਅਦ ਚੋਂ ਤਿਹਾੜ ਜੇਲ੍ਹ 'ਚ। ਤੇ ਤੁਹਾਨੂੰ ਵੀ ਉੱਦਾਂ ਹੀ ਚੁੱਕਿਆ ਗਿਆ ਸਾਰੇ ਜੋ? ਅਸੀਂ ਦੁੱਧ ਲੈਣ ਜਾ ਰਹੇ ਸੀ ਜੀ, ਅੱਛਾ। ਫਿਰ ਬਸ ਉੱਥੋਂ ਹੀ ਚੱਕ ਕੇ ਅੰਦਰ ਸਿੱਟ ਲਿਆ ਤੇ ਕੁੱਟਿਆ ਬਹੁਤ ਹੈ ਜੀ। ਅਜੇ ਤੱਕ ਨਿਸ਼ਾਨ ਨਹੀਂ ਗਏ ਜੀ, ਕਿੰਨੇ ਦਿਨ ਹੋ ਗਏ ਆ। ਬਾਹਾਂ ਲੱਤਾਂ ਤੇ ਵੀ ਬਹੁਤ ਨੇ ਜੀ। ਸਾਡੇ ਨਾਲ ਹੀ ਚੱਕੇ ਤੇ ਜਦ ਮਾਰਿਆ ਕੁੱਟਿਆ ਗਿਆ ਉਸ ਤੋਂ ਬਾਅਦ ਕੋਈ ਬਦਤਮੀਜ਼ੀ ਵੀ ਕੀਤੀ ਗਈ? ਕੋਈ ਕੁਝ ਕਿਹਾ ਤੁਹਾਨੂੰ? ਬਦਤਮੀਜ਼ੀ ਉਦਾਂ ਹੀ ਕਹਿ ਰਹੇ ਸੀ, ਤੁਸੀਂ ਕਹਿੰਦੇ ਇਦਾਂ ਆ ਰਹੇ ਹੋ ਪਿੰਡਾਂ ਚੋਂ ਆ ਕੇ, ਤੁਹਾਡੇ ਤਾਂ ਕਹਿੰਦੇ ਨਿਆਣੇ ਵੀ ਤਰਸਣਗੇ, ਤੁਹਾਡਾ ਕੋਈ ਵੀ ਨਹੀਂ ਆ ਸਕਦਾ। ਇਦਾਂ ਦੀ ਲੈਂਗੁਏਜ ਯੂਜ਼ ਕੀਤੀ ਜੀ ਜਿਹੜੀ ਦੱਸ ਨਹੀਂ ਸਕਦੇ। ਪੂਰਾ ਅਸੀਂ ਬੋਲ ਹੀ ਨਹੀਂ ਦੱਸਿਓ ਕਿ ਸਕਦੇ। ਕੀ ਹੋਰ ਕਿਹਾ ਗਿਆ? ਇਹੀ ਜੀ ਵੀ ਤੁਹਾਡੇ ਤਾਂ ਜਵਾਕ ਵੀ ਤਰਸਣਗੇ ਇੱਥੇ ਆਉਣ ਨੂੰ, ਵੀ ਤੁਸੀਂ ਧਰਨੇ 'ਚ ਆ ਗਏ ਹੋ ਤੇ ਹੁਣ ਦੁਬਾਰਾ ਆ ਕੇ ਦਿਖਾਇਓ। ਸਾਨੂੰ ਇਹ ਇਹੋ ਜਿਹੀ ਜਗ੍ਹਾ ਭੇਜਾਂਗੇ। ਤੁਹਾਡੇ ਤੇ ਇਦਾਂ ਦੀਆਂ ਧਾਰਾਂ ਲਗਾਤੀਆਂ, ਤੁਸੀਂ ਦਿੱਲੀ ਕਿੰਨੀ ਨੂੰ ਮੂੰਹ ਨਹੀਂ ਕਰੋਗੇ। ਮੂੰਹ ਨਹੀਂ ਕਰੋਗੇ, ਬੱਚੇ ਵੀ ਨਹੀਂ ਆਣਗੇ, ਤੁਹਾਡੇ ਬੱਚੇ ਵੀ ਨਹੀਂ ਆਉਣਗੇ। ਉਸ ਦਾ ਕੀ ਆਣਾ ਵਾਪਸ। ਕਹਿੰਦੇ ਕਾਪੀ ਦੇ ਲਾਲ ਕਿਲਾ ਛਾਪ ਲਿਓ, ਕਹਿੰਦੇ ਪਰ ਦਿੱਲੀ ਨਾ ਦੇਖਣਾ ਉਹ ਲਾਲ ਕਿਲਾ ਜੀ। 4 ਸਾਲ ਤੋਂ ਤੁਸੀਂ ਨਿਕਲ ਨਹੀਂ ਸਕਦੇ। ਅੰਦਰੋਂ ਹੀ ਨਹੀਂ ਕਹਿੰਦੇ ਬਾਹਰ ਆਉਂਗੇ ਜੀ। ਇਹਨਾਂ ਇਦਾਂ ਦੀਆਂ ਧਾਰਾਂ ਕਹਿੰਦੇ ਤੁਹਾਡੇ ਤੇ ਲਾਤੀਆਂ, ਅੰਦਰ ਹੀ ਰਹੋਗੇ ਹੁਣ ਬਸ। ਕਾਲੋ ਜੀ ਇਹੋ ਜਿਹੇ ਆਰੋਪ ਨੇ ਕਿਸਾਨਾਂ ਦੇ, ਇਹੋ ਜਿਹੀ ਬਦਤਮੀਜ਼ੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਨਾਲ ਪੁਲਿਸ ਦੁਆਰਾ ਥਾਣੇ ਵਿੱਚ ਤੇ ਤਿਹਾੜ ਜੇਲ੍ਹ 'ਚ ਵੀ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਭ ਤੋਂ ਪਹਿਲਾਂ ਤੇ ਇਹਨਾਂ ਦੇ ਜਿਹੜੇ ਹੌਸਲੇ ਆ, ਜਿੱਦਾਂ ਤੁਸੀਂ ਦੇਖਿਆ ਇਸ ਬਾਈ ਦੇ ਕਿਸ ਤਰੀਕੇ ਦੇ ਨਾਲ ਹੱਥ ਦੇ ਉੱਤੇ, ਲੱਤਾਂ ਦੇ ਉੱਤੇ, ਪੈਰਾਂ ਦੇ ਉੱਤੇ ਜਿਹੜੇ ਅਜੇ ਤੱਕ ਨੀਲ ਪਏ ਹੋਏ ਆ, ਨਿਸ਼ਾਨ ਆ ਇੰਨੇ ਦਿਨਾਂ ਬਾਅਦ ਵੀ, 1 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ। ਇਹ ਤਸ਼ੱਦਦ ਜਿਹੜਾ ਹੈ, ਤਸ਼ੱਦਦ ਦੀ ਕਹਾਣੀ ਆਪਣੇ ਆਪ ਦੇ ਵਿੱਚ ਬਿਆਨ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਜਿਹੜਾ ਉਹ ਤਸ਼ੱਦਦ ਕੀਤਾ ਗਿਆ, ਮਾਰ ਕੁੱਟ ਕੀਤੀ ਗਈ। ਇਹਨਾਂ ਦਾ ਕਸੂਰ ਕੀ ਸੀ? ਇਹਨਾਂ ਦਾ ਕਸੂਰ ਇਹ ਸੀ ਕਿ ਕੋਈ ਉੱਥੇ ਦੁਕਾਨ ਤੇ ਗਿਆ ਸੀ, ਕੋਈ ਕਿਸੇ ਹੋਰ ਕੰਮ ਗਿਆ ਸੀ, ਉੱਥੋਂ ਉਹਨੂੰ ਫੜ ਕੇ ਤੇ ਇਹ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਉਹਦੇ ਬਾਅਦ ਬੰਦ ਕਰ ਦਿੱਤਾ ਇਹਨਾਂ ਨੂੰ। ਮਕਸਦ ਇੱਕੋ ਹੀ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਡੀਮੋਰਲਾਈਜ਼ ਕਰਕੇ ਇਹਨਾਂ ਨੂੰ ਅੰਦਰ ਪਾ ਦਿੱਤਾ ਜਾਏ। ਬਾਕੀ ਜਿਹੜੇ ਆ ਉਹ ਡੀਮੋਰਲਾਈਜ਼ ਹੋ ਕੇ ਇਹ ਅੰਦੋਲਨ ਜਿਹੜਾ ਖਤਮ ਹੋ ਜਾਵੇ। ਇਹ ਸਰਕਾਰ ਦੀ ਨੀਤੀ ਸੀ, ਉਸ ਨੀਤੀ ਦੇ ਤਹਿਤ ਹੀ ਇਹ ਸਾਰਾ ਕੁਝ ਜਿਹੜਾ ਕੀਤਾ ਗਿਆ। ਝੂਠੇ ਮੁਕੱਦਮੇ ਜਿਹੜੇ ਆ ਉਹ ਪਾਏ ਗਏ। ਮੈਂ ਇੱਕ ਗੱਲ ਜਿਹੜੀ ਆ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਤਾਂ ਮੀਡੀਆ ਦੇ ਮਾਧਿਅਮ ਦੇ ਨਾਲ, ਕਿ ਜਿਹੜੀ ਵੀ ਬੇਲ ਅਸੀਂ ਲਗਾਉਂਦੇ ਆ, ਜ਼ਮਾਨਤ ਲਗਾਉਂਦੇ ਆ, ਉਹਦੇ ਵਿੱਚ ਜਿਹੜੀ ਰਿਪੋਰਟ ਆਈਓ ਨੇ ਦੇਣੀ ਹੁੰਦੀ, ਸਟੇਟਸ ਰਿਪੋਰਟ ਦੇਣੀ ਹੁੰਦੀ ਆ, ਉਹਦੇ ਵਿੱਚ ਕਿਸੇ ਵੀ ਇੱਕ ਰਿਪੋਰਟ ਦੇ ਵਿੱਚ ਅਜੇ ਤੱਕ ਕੋਈ ਇਸ ਗੱਲ ਨੂੰ ਕਾਮਯਾਬ ਨਹੀਂ ਹੋਏ ਕਿ ਜਿਹਦੇ ਵਿੱਚ ਇਹਨਾਂ ਦਾ ਕੋਈ ਪਾਰਟਿਕੂਲਰ ਜਿਹੜਾ ਰੋਲ ਹੈ ਜਾਂ ਇਹਨਾਂ ਦਾ ਕੋਈ ਉਹ ਅਜੇ ਤੱਕ ਸਾਬਤ ਕਰ ਸਕਣ। ਸੋ ਇੱਥੋਂ ਇਹ ਜੁਡੀਸ਼ਰੀ ਨੂੰ ਵੀ ਇਸ ਗੱਲ ਦਾ ਜਿਹੜਾ ਰਿਲਾਈਜ਼ ਹੈ ਕਿ ਇਹਨਾਂ ਦਾ ਕੋਈ ਦੋਸ਼ ਨਹੀਂ, ਇਹ ਨਿਰਦੋਸ਼ ਹੈ। ਤਾਂ ਹੀ ਇਹਨਾਂ ਨੂੰ ਇੰਨੀ ਸੰਗੀਨ ਧਾਰਾਂ ਦੇ ਵਿੱਚੋਂ ਇੰਨੀ ਜਲਦੀ ਜਿਹੜੀ ਆ ਉਹ ਜ਼ਮਾਨਤ ਜਿਹੜੀ ਆ ਮਿਲ ਗਈ ਆ। ਜਿਸ ਤਰ੍ਹਾਂ ਕਿ ਹੁਣੇ ਭੰਗੂ ਸਾਹਿਬ ਦੱਸ ਰਹੇ ਸਨ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਸਾਡੀ ਸਾਰੀ ਟੀਮ ਵਕੀਲਾਂ ਦੀ ਜਿਹੜੀ ਕੰਮ ਕਰ ਰਹੀ ਆ, ਜਿਹਦੇ 'ਚ ਖਾਸ ਕਰਕੇ ਮੈਂ ਕਹਾਂਗਾ ਸੰਧੂ ਸਾਹਿਬ, ਜਸਪ੍ਰੀਤ ਸਿੰਘ ਰਾਏ ਜੀ, ਢਿੱਲੋਂ ਸਾਹਿਬ, ਗੁਰਮੁਖ ਸਿੰਘ ਕੋਹਲੀ, ਬ੍ਰਦਰ ਪ੍ਰਤੀਕ ਕੋਹਲੀ, ਸੰਕਲਪ ਕੋਹਲੀ, ਮੈਡਮ ਹੈ ਸਾਡੇ ਗੁਰਿੰਦਰ ਜੀ, ਰਵਿੰਦਰ ਕੌਰ ਮੈਡਮ, ਦਲਜੀਤ ਕੌਰ, ਬਹੁਤ ਸਾਰੇ ਸਾਡੀ ਵੱਡੀ ਟੀਮ ਆ। ਮੈਂ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ, ਪਰ ਜਿੰਨੇ ਵੀ ਕੰਮ ਕਰ ਰਹੇ ਆ, ਐਫਰਟਸ ਕਰ ਰਹੇ ਆ, ਉਹ ਇੱਕ ਬੜੇ ਜਜ਼ਬੇ ਦੇ ਨਾਲ ਜਿਹੜਾ ਇਹ ਕੰਮ ਕਰ ਰਹੇ ਆ। ਔਰ ਕੋਈ ਸਮੇਂ ਸੀਮਾ ਨਹੀਂ ਹੈ। ਤੁਸੀਂ ਦੇਖਦੇ ਹੋ ਰਾਤੀ ਸਾਰਾ ਦਿਨ ਕੋਰਟ ਦੇ ਵਿੱਚ, ਕੋਰਟ ਤੋਂ ਬਾਅਦ ਆ ਕੇ ਅਗਲੇ ਦਿਨ ਦੀ ਤਿਆਰੀ,
ਫਿਰ ਰਾਤੀ 10 ਵਜੇ ਤੋਂ ਲੈ ਕੇ 11 11:30 12 ਵਜੇ ਨੂੰ ਇੱਥੇ ਤਿਹਾੜ ਜੇਲ੍ਹ ਦੇ ਬਾਹਰ, ਜਦ ਕਿ ਵਕੀਲਾਂ ਦਾ ਕੰਮ ਨਹੀਂ ਹੈ, ਲੇਕਿਨ ਉਹ ਇਹਨਾਂ ਨੂੰ ਰਿਸੀਵ ਕਰਨ ਵਾਸਤੇ, ਤਾਂ ਕਿ ਇਹਨਾਂ ਦੇ ਹੌਸਲੇ ਬੁਲੰਦ ਹੋਣ ਕਿ ਇਹਨਾਂ ਦੇ ਪਿੱਛੇ ਕੋਈ ਖੜਾ ਹੈ, ਕੋਈ ਟੀਮ ਜਿਹੜੀ ਖੜੀ ਹੈ ਵਕੀਲਾਂ ਦੀ, ਉਹ ਇੱਥੇ ਇਹਨਾਂ ਨੂੰ ਸਵਾਗਤ ਕਰਨ ਵਾਸਤੇ ਵੀ ਤੁਸੀਂ ਜਿਹੜਾ ਸੰਘਰਸ਼ ਕਰਕੇ ਆਏ ਹੋ, ਜੇਲ੍ਹ ਕੱਟ ਕੇ ਆਏ ਹੋ, ਇੰਨੀ ਵੱਡਾ ਤੁਸੀਂ ਇਹ ਕੁਰਬਾਨੀ ਦੇ ਕੇ ਆਏ ਹੋ, ਤੇ ਤੁਹਾਡਾ ਸਵਾਗਤ ਕਰਨ ਵਾਸਤੇ ਖੜੇ ਆ। ਸੋ ਇਹ ਜਜ਼ਬਾ ਹੈ। ਇਹ ਜਜ਼ਬੇ ਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਜਿਹੜੇ ਮਕਸਦ ਦੇ ਨਾਲ ਇਹਨਾਂ ਨੂੰ ਅਰੈਸਟ ਕੀਤਾ ਸੀ, ਉਹ ਮਕਸਦ ਦੇ ਵਿੱਚ ਸਰਕਾਰ ਫੇਲ ਹੈ, ਔਰ ਇਹ ਜਜ਼ਬਾ ਬੁਲੰਦ ਹੈ। ਹੁਣੇ ਪੰਗੂ ਸਾਹਿਬ ਦੱਸ ਰਹੇ ਸਨ ਕਿ ਇਹ ਸਾਰੇ ਹੀ ਜਿਹੜੇ ਪਹਿਲਾਂ ਆਏ ਉਹ ਵੀ ਤੇ ਅੱਜ ਇਹ ਵੀ, ਇਹ ਸਾਰੇ ਹੀ ਵਾਪਸ ਆਪਣੇ ਧਰਨਿਆਂ ਦੇ ਉੱਤੇ ਜਾਣਗੇ, ਚਾਹੇ ਉਹ ਟੀਕਰੀ ਬਾਰਡਰ ਹੋਵੇ, ਚਾਹੇ ਸਿੰਘੂ ਬਾਰਡਰ ਹੋਵੇ, ਔਰ ਇਹਨਾਂ ਦੇ ਹੌਸਲੇ ਬੁਲੰਦ ਹੈ। ਇਹਨਾਂ ਦੀ ਇੱਕੋ ਹੀ ਗੱਲ ਹੈ ਕਿ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਤਦ ਤੱਕ ਇਹ ਆਪਣੇ ਉਸ ਮਕਸਦ ਦੇ ਵਿੱਚ ਡਟ ਕੇ ਖੜੇ ਆ। ਸੋ ਦੂਸਰੀ ਗੱਲ ਇਹ ਹੈ ਕਿ ਜਿੰਨੇ ਵੀ ਇਹਨਾਂ ਦੇ ਕੇਸ ਹੈ, ਉਹਨਾਂ ਦੀ ਪੈਰਵਾਈ ਅੱਗੇ ਜਿਹੜੀ ਆ ਉਹ ਲਗਾਤਾਰ ਚੱਲਦੀ ਰਹੇਗੀ, ਨਿਰੰਤਰ ਜਾਰੀ ਰਹੇਗੀ। ਜੋ ਵੀ ਉਹਦੇ ਵਾਸਤੇ ਕਰਨਾ ਪਏਗਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਡੀ ਸਾਰੀ ਲੀਗਲ ਟੀਮ, ਸੰਯੁਕਤ ਕਿਸਾਨ ਮੋਰਚੇ ਦੀ ਲੀਗਲ ਟੀਮ, ਸਾਰੀ ਅਸੀਂ ਸਹਿਯੋਗ ਕਰਕੇ ਇਹਨਾਂ ਦੇ ਕੇਸਾਂ ਦੀ ਅੱਗੇ ਪੈਰਵਾਈ ਵੀ ਕਰਾਂਗੇ, ਬਾਇਜ਼ਤ ਇਹਨਾਂ ਨੂੰ ਬਰੀ ਕਰਾਵਾਂਗੇ। ਪ੍ਰਧਾਨ ਸਾਹਿਬ ਰੋਜ਼ਾਨਾ ਇੱਥੇ ਆ ਕੇ ਖੜੇ ਹੁੰਦੇ, ਆਪ ਉਹ ਇਹਨਾਂ ਨੂੰ ਰਿਸੀਵ ਕਰਦੇ ਆ। ਅੱਜ ਉਹ ਕਿਸੇ ਕਾਰਨ ਕਰਕੇ ਅੱਜ ਨਹੀਂ ਆ ਸਕੇ, ਲੇਕਿਨ ਉਹਨਾਂ ਦਾ ਬਾਰ-ਬਾਰ ਮੈਸੇਜ ਇਹ ਸੀ ਕਿ ਤੁਸੀਂ ਸਾਰੇ ਉੱਥੇ ਹੋਣੇ ਚਾਹੀਦੇ, ਮੁੰਡਿਆਂ ਦਾ ਹੌਸਲਾ ਹੋਣਾ ਚਾਹੀਦਾ ਵੀ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਆਏ ਆ। ਸੋ ਇਹ ਸਾਰਾ ਕੌਮ ਦਾ ਜਜ਼ਬਾ ਹੈ, ਔਰ ਇਸ ਮਕਸਦ ਦੇ ਵਿੱਚ ਇਹ ਕਾਨੂੰਨ ਜਿਹੜੇ ਆ ਉਹ ਅਸੀਂ ਵਾਪਸ ਕਰਾਵਾਂਗੇ, ਔਰ ਜਿਹੜੀ ਇਹ ਜਿੱਤ ਹੈ ਕਿਸਾਨਾਂ ਦੀ ਉਹ ਨਿਸ਼ਚਿਤ ਹੈ। ਬਿਲਕੁਲ ਇੱਕ ਵਾਰੀ ਆਪਣਾ ਇੱਕ ਨਾਂ ਨਾ ਉਹ ਦੱਸਿਓ, ਪਿੰਡ ਦਾ ਨਾਮ ਸਾਂਝਾ ਸਵਾਲ ਹੈ ਸਾਰੇ ਕਿਸਾਨਾਂ ਵੱਲ, ਜਿਹੜੇ ਹੋ ਕੇ ਆਏ ਜਿੱਦਾਂ ਆਗੂ ਕਹਿ ਰਹੇ ਨੇ ਤੇ ਲੀਗਲ ਹੈਡ ਵੀ ਕਹਿ ਰਹੇ ਨੇ ਤੁਹਾਡੇ ਕਿ ਤੁਸੀਂ ਇਸ ਤੋਂ ਬਾਅਦ ਘਰੇ ਨਹੀਂ ਮੁੜਨਾ, ਤੇ ਤੁਸੀਂ ਇੱਕ ਵਾਰੀ ਦੱਸ ਦਿਓ ਕਿ ਇਸ ਤੋਂ ਬਾਅਦ ਕਿੱਥੇ ਜਾਣਾ ਤੁਸੀਂ ਸਭ ਨੇ? ਧਰਨੇ ਤੇ ਜਾਵਾਂਗੇ ਜਾਂ ਡੱਟ ਕੇ ਦੱਸ ਦਿਓ ਥੋੜਾ ਕਿੱਥੇ ਸਿੰਘੂ ਬਾਰਡਰ ਤੇ ਜਾਵਾਂਗੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਜਜ਼ਬੇ ਨੇ, ਇੱਕ ਵਾਰੀ ਨਾਂ ਦੱਸ ਦਿਓ। ਹਾਂਜੀ ਪਿੰਡ ਦਾ ਨਾਂ ਗਾਂ ਪਿੰਡ ਡਿਸਟ੍ਰਿਕਟ ਦੱਸੀ ਜਾਓ। ਗੁਰਵਿੰਦਰ ਸਿੰਘ ਪਿੰਡ ਕੰਗਰੋਲੀ ਜੀ, ਡਿਸਟ੍ਰਿਕਟ ਪਟਿਆਲਾ। ਸਿੰਘ ਪਿੰਡ ਕੋਟਸ਼ਮੀਰੀ ਜ਼ਿਲ੍ਹਾ ਬਠਿੰਡਾ ਜੀ। ਅਜੇਪਾਲ ਸਿੰਘ ਪਿੰਡ ਕਸਿਆਣਾ ਡਿਸਟ੍ਰਿਕਟ ਪਟਿਆਲਾ। ਮਨਪ੍ਰੀਤ ਸਿੰਘ ਪਿੰਡ ਖਮਾਣੋ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਸੰਦੀਪ ਸਿੰਘ ਪਿੰਡ ਸੇਰੋਂ ਡਿਸਟ੍ਰਿਕਟ ਤਰਨਤਾਰਨ। ਨਵਜੋਤ ਸਿੰਘ ਪਿੰਡ ਹਸਨਪੁਰ ਵਿਲੇਜ ਮੋਹਾਲੀ। ਬਿਲਕੁਲ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਹੈ, ਨਿਸ਼ਾਨ ਹੋਰ ਕੀ ਮਾਹੌਲ ਸੀ, ਕੀ ਕੁਝ ਹੋਇਆ ਤੁਹਾਡੇ ਨਾਲ ਅੰਦਰ, ਕੀ ਕਾਰਵਾਈ ਕਰ ਰਹੀ ਸੀ ਪੁਲਿਸ? ਜੀ ਪਹਿਲਾਂ ਤੇ ਜਦੋਂ ਅਸੀਂ ਚੱਕੇ ਆ ਤੇ ਸਾਨੂੰ ਚੌਂਕੀ ਤੇ ਖੜੇ ਹੋਏ ਤੇ ਬਹੁਤ ਉਹਨਾਂ ਸਾਨੂੰ ਕੁੱਟਿਆ ਮਾਰਿਆ ਕਿ ਡੰਡਿਆਂ ਨਾਲ, ਡਾਂਗਾਂ ਨਾਲ, ਮੁੱਕੀਆਂ ਤੱਕ ਕਿਸ ਢਿੱਡ 'ਚ ਮਾਰੇ ਜੀ। ਤੇ ਬਾਅਦ 'ਚ ਸਾਨੂੰ ਥਾਣੇ ਵੀ ਲੈ ਗਏ। ਥਾਣੇ ਰਾਤ ਸਾਨੂੰ ਇਸ ਤਰ੍ਹਾਂ ਕਮਰੇ 'ਚ ਬੰਦ ਕਰ ਦਿੱਤਾ, ਗਾਲਾਂ ਗੂਲਾਂ ਵੀ ਬੜੀਆਂ ਦਿੱਤੀਆਂ। ਤੇ ਅਗਲੇ ਦਿਨ ਸਾਡਾ ਪਰਚਾ ਕੱਟ ਕੇ ਰਾਤ ਉਹਨਾਂ ਨੇ 1 ਵਜੇ ਪਰਚਾ ਕੱਟਿਆ ਜੀ। ਕੱਟ ਕੇ ਤੇ ਸਵੇਰੇ ਸਾਨੂੰ 3 ਵਜੇ ਕੋਰਟ 'ਚ ਪੇਸ਼ ਕੀਤਾ ਜੀ। ਰਾਤ ਸਾਨੂੰ ਮੁੜ ਕੇ ਜੇਲ੍ਹ 'ਚ ਲੈ ਗਏ। ਜੇਲ੍ਹ ਦੇ ਵਿੱਚ ਜਦੋਂ ਅਸੀਂ ਗਏ ਹਾਂ ਜੀ, ਸਾਨੂੰ ਬੜੀ ਉੱਥੇ ਵੀ ਸਾਡੇ ਨਾਲ ਬਦਤਮੀਜ਼ੀ, ਬੜੀਆਂ ਗਾਲਾਂ ਗੂਲਾਂ ਗੰਦੀਆਂ ਨਾਲ ਬਹੁਤ ਦਿੱਤੀਆਂ ਹੋਈਆਂ। ਬਿਲਕੁਲ ਤੁਸੀਂ ਲੋਕ ਸਾਰੇ ਇੱਕੋ ਥਾਂ ਤੋਂ ਚੁੱਕੇ ਗਏ ਸੀ? ਹਾਂਜੀ, ਇੱਕੋ ਥਾਂ ਤੋਂ ਚੁੱਕੇ ਗਏ ਆ, ਨਰੇਲੇ ਲਾਈਟਾਂ ਤੋਂ। ਕੋਈ ਸਮਾਨ ਲੈਣ ਜਾ ਰਿਹਾ था, ਕੋਈ ਏਟੀਐਮ, ਮੈਂ ਏਟੀਐਮ 'ਚੋਂ ਪੈਸੇ ਕਢਾਉਣ ਜਾ ਰਿਹਾ ਸੀ ਤੇ ਬੁਲਾ ਲਿਆ ਪੁਲਿਸ ਵਾਲਿਆਂ ਨੇ। ਕੀ ਕਿਹਾ ਬੁਲਾ ਕੇ? ਉੱਥੇ ਨਾਰਮਲੀ ਨਾਕਾ ਲੱਗਦਾ, ਉੱਥੇ ਪਹਿਲੇ ਵੀ ਗਏ ਆ, ਦੇਖਿਆ। ਇਹ ਪਤਾ ਨਹੀਂ ਸੀ ਕਿ ਚੁੱਕ ਰਹੇ ਆ। ਦੋ ਮੇਰੇ ਨਾਲ ਸੀ, ਇੱਕ ਪਿੰਡ ਦਾ ਮੁੰਡਾ, ਤੇ ਦੋਨਾਂ ਜਣਿਆਂ ਨੂੰ ਬੁਲਾ ਲਿਆ, ਅੰਦਰ ਲੈ ਗਏ ਉੱਥੇ ਚੌਂਕੀ 'ਚ। ਉੱਥੇ ਕੁੱਟਿਆ ਪਹਿਲਾਂ ਉੱਥੇ, ਤੇ 5 ਬੰਦੇ ਪੂਰੇ ਕਰਕੇ ਥਾਣੇ 'ਚ ਭੇਜਿਆ, ਫਿਰ 5 ਫੜ ਲਏ। ਇੱਦਾਂ 5 ਕਰਕੇ 43 ਬੰਦੇ ਫੜਿਆ। 43 ਨੂੰ ਕੁੱਟਿਆ ਵੀ। ਉਹਨਾਂ ਵਿੱਚ ਬਜ਼ੁਰਗ ਵੀ ਸੀ, ਇੱਕ 17 ਸਾਲ ਦਾ ਬੱਚਾ ਵੀ ਸੀ, ਤੇ ਉਹਨੂੰ ਸ਼ਾਇਦ ਪਤਾ ਨਹੀਂ ਛੱਡਿਆ ਕਿ ਨਹੀਂ ਛੱਡਿਆ, ਇਹ ਨਹੀਂ ਪਤਾ। ਤੇ ਉਸ ਤੋਂ ਇਲਾਵਾ ਕੀ ਕੁਝ ਕਿਹਾ ਪੁਲਿਸ ਨੇ ਤੁਹਾਨੂੰ? ਕੋਈ ਗੱਲ ਮਨਾਉਣ ਦੀ ਕੋਸ਼ਿਸ਼ ਕੀਤੀ? ਮਨਾਉਣ ਦੀ ਵੀ ਕੀਤੀ ਹੈ ਕਿ ਤੁਸੀਂ ਉਰੇ ਕੀ ਕਰਨਾ ਹੈ, ਤੁਸੀਂ ਉਸ ਦਿਨ 26 ਤਰੀਕ ਨੂੰ ਤੁਸੀਂ ਪੁਲਿਸ ਵਾਲਿਆਂ ਨਾਲ ਬਦਤਮੀਜ਼ੀ ਕੀਤੀ ਹੈ, ਕੁੱਟਮਾਰ ਕੀਤੀ ਹੈ। ਸਾਨੂੰ ਇਹ ਵੀ ਕਿਹਾ ਕਿ ਨਹੀਂ ਕੀਤੀ ਅਸੀਂ, ਸਾਡਾ ਕੋਈ ਐਵੀਡੈਂਸ ਹੈਗਾ ਤੁਹਾਡੇ ਕੋਲ ਤਾਂ ਦੱਸੋ। ਇਹ ਵੀ ਗੱਲ ਕਹੀ ਹੈ। ਤੇ ਸਾਨੂੰ ਕਹਿ ਰਹੇ ਆ ਤੁਸੀਂ ਕਿੰਨੇ ਪੈਸੇ ਲੈ ਕੇ ਆਏ, ਕਿੰਨੀ ਦਿਹਾੜੀ ਤੇ ਆਏ ਆ ਤੁਸੀਂ ਧਰਨੇ ਤੇ? ਕਿ ਤੁਸੀਂ 300 ਰੁਪਏ ਤੁਸੀਂ ਦਿਹਾੜੀ ਤੇ ਆਏ, ਤੁਹਾਨੂੰ 2000 ਰੁਪਇਆ ਮਿਲਦਾ, ਤੁਸੀਂ ਤਾਂ ਕਰਕੇ ਆਏ ਆ। ਤੁਸੀਂ ਕੀ ਕਿਹਾ? ਤੁਸੀਂ ਕੀ ਜਵਾਬ ਦਿੱਤਾ? ਅਸੀਂ ਵਿਕਣ ਵਾਲੇ ਨਹੀਂ ਆ, ਅਸੀਂ ਕਿਸਾਨ ਆ, ਅਸੀਂ ਵਿਕਣ ਵਾਲੇ ਨਹੀਂ। ਅਸੀਂ ਆਪਣੇ ਮੰਗਾਂ ਨੂੰ ਪੂਰੀਆਂ ਕਰਨ ਵਾਸਤੇ ਹੀ ਤਾਂ ਡਟੇ ਹੋਏ ਆ, ਬਾਰਡਰਾਂ ਤੇ ਬੈਠੇ ਹੋਏ ਆ। ਅਸੀਂ ਕਦੀ ਇਹੋ ਜਿਹਾ ਕੰਮ ਹੁਣ ਅੰਦਰ ਵੀ ਸਾਨੂੰ ਪੁੱਛ ਰਹੇ ਸੀ ਕਿ ਤੁਸੀਂ ਬਾਹਰ ਨਿਕਲ ਕੇ ਕਿੱਥੇ ਜਾਓਗੇ, ਕਿ ਹੁਣ ਵਾਪਸ ਧਰਨੇ ਤੇ ਨਹੀਂ ਜਾਣਾ। ਸਾਨੂੰ ਇਹ ਵੀ ਕਹਿ ਰਹੇ ਸੀ। ਅਸੀਂ ਕਿਹਾ ਨਹੀਂ, ਅਸੀਂ ਧਰਨੇ ਤੇ ਹੀ ਜਾਵਾਂਗੇ। ਦੇਖੋ ਮਕਸਦ ਦੇਖੋ ਤੁਸੀਂ। ਮੈਂ ਸਿਰਫ 2 ਗੱਲਾਂ ਕਹਿਣੀਆਂ ਜੀ ਕਿ ਇੱਕ ਤਾਂ ਮੈਂ ਕੱਲ ਵੀ ਕਹੀ ਸੀ ਕਿ ਇੱਕ ਸਟੋਰੀ ਨਰੇਟ ਕੀਤੀ ਗਈ ਵੀ ਜਿਵੇਂ ਕੋਈ ਪੈਸੇ ਲੈ ਕੇ ਐਜੀਟੇਸ਼ਨ ਕਰਨ ਵਾਲੇ ਲੋਕ। 3 ਮਹੀਨਿਆਂ ਤੋਂ ਅਸੀਂ ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ ਘੇਰ ਕੇ ਬੈਠੇ ਹਾਂ। ਅਸੀਂ ਕੋਈ ਨਾਨਕੇ ਨਹੀਂ ਆਏ ਹੋਏ। ਸਾਡੀ ਹੋਂਦ ਦਾ ਸਵਾਲ ਆ
ਦੇਸ਼ ਦੀ ਖੇਤੀ ਦਾ ਸਵਾਲ ਆ, ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਦਾ ਸਵਾਲ ਆ। ਇਸ ਗੱਲ ਲਈ ਜੂਝ ਰਹੇ ਆ ਔਰ ਇਸ ਗੱਲ ਨੂੰ ਕਿਸਾਨ ਚੰਗੀ ਤਰ੍ਹਾਂ ਸਮਝ ਚੁੱਕਾ ਆ ਔਰ ਜਦੋਂ ਉਹ ਸਮਝ ਰਿਹਾ ਤਾਂ ਉੱਠ ਵੀ ਰਿਹਾ ਹੈ। ਉਹ ਕੋਈ ਇਸ ਗੱਲ ਕਰਕੇ ਨਹੀਂ ਆਇਆ ਕਿ ਦਿਹਾੜੀ ਤੇ ਆ ਜਾਊਗਾ। ਇਸ ਤਰ੍ਹਾਂ ਦਾ ਕੰਮ ਭਾਜਪਾ ਆਪਣੀਆਂ ਪੋਲੀਟੀਕਲ ਰੈਲੀਆਂ ਲਈ ਕਰਦੀ ਹੋਊਗੀ, ਭਾਜਪਾ ਦੰਗੇ ਕਰਾਉਣ ਲਈ ਇਦਾਂ ਦਾ ਕੰਮ ਕਰਦੀ ਹੋਊਗੀ। ਅਸੀਂ ਇਸ ਦੇਸ਼ ਨੂੰ ਬਚਾਉਣ ਦੀ, ਇਸ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਦੀ, ਇਸ ਦੇਸ਼ ਦੀ ਖੇਤੀ ਨੂੰ ਬਚਾਉਣ ਲਈ ਔਰ ਇਸ ਦੇਸ਼ ਦੀ ਸਮੁੱਚੀ ਆਰਥਿਕਤਾ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ। ਔਰ ਮੈਂ ਦੂਜੀ ਗੱਲ ਇਹ ਕਹਿਣੀ ਚਾਹੁੰਦਾ ਕਿ ਇਸ ਲੜਾਈ ਦੇ ਵਿੱਚ ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਇਸ ਦੇ ਵਿੱਚ ਜਿੱਥੇ ਸਾਡੇ ਇਹ ਵੀਰ ਬਾਹਰ ਆਏ ਨੇ, ਹੌਸਲੇ 'ਚ ਨੇ, ਇਹ ਲੜਾਈ ਹੋਰ ਅੱਗੇ ਵਧਾਵਾਂਗੇ। ਔਰ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦੇ ਆ ਕਿ ਰਣਜੀਤ ਸਿੰਘ ਕਾਜਮਪੁਰ ਨਵਾਂ ਸ਼ਹਿਰ ਵਾਲੇ, ਉਹਨਾਂ ਦਾ ਪ੍ਰੋਸੈਸ ਵੀ ਬੇਲ ਦਾ ਸ਼ੁਰੂ ਕਰ ਚੁੱਕੇ ਆ। ਜਲਦੀ ਹੋਈ ਉਹ ਵੀ ਬਾਹਰ ਹੋਣਗੇ ਔਰ ਜਲਦੀ ਹੋਈ ਮਜ਼ਦੂਰ ਆਗੂ ਸ਼ਿਵ ਕੁਮਾਰ, ਜਿਨ੍ਹਾਂ ਦੀ ਆਸ ਹੈ ਕਿ ਉਹ ਛੇਤੀ ਹੋਈ ਅਸੀਂ ਤੁਹਾਨੂੰ ਇਸ ਮਾਧਿਅਮ ਰਾਹੀਂ ਤੁਹਾਡੇ ਸਾਹਮਣੇ ਇਹ ਜਾਣਕਾਰੀ ਦੇਵਾਂਗੇ ਕਿ ਉਹਨਾਂ ਦੀ ਵੀ ਜ਼ਮਾਨਤ ਹੈ ਜਿਹੜੀ ਮਨਜ਼ੂਰ ਹੋ ਚੁੱਕੀ ਹੈ। ਇਹ ਆਸ ਹੈ ਸਾਨੂੰ ਕਿ ਅਗਲੇ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਦੋ ਜਿਹੜੀਆਂ ਮਹੱਤਵਪੂਰਨ ਜਾਣਕਾਰੀਆਂ ਮਿਲਣਗੇ, ਕਿਉਂਕਿ ਸਾਡੀ ਵਕੀਲਾਂ ਦੀ ਸਾਰੀ ਟੀਮ ਇਸ ਮਾਮਲੇ 'ਤੇ ਲੱਗੀ ਹੋਈ ਹੈ ਔਰ ਜਿੰਨੇ ਹੁਣ ਕਿਸਾਨ ਵੀਰ ਪਿੱਛੇ ਰਹਿ ਗਏ ਉਹਨਾਂ ਨੂੰ ਵੀ ਜਲਦੀ ਬਾਹਰ ਲਿਆਵਾਂਗੇ। ਇਹ ਮੋਰਚਾ ਫੇਰ ਭਰ ਜੋਬਨ ਤੇ ਅੱਗੇ ਫੈਲਾਉਣ ਲਈ ਅਸੀਂ ਆਪਣੀ ਯੋਜਨਾਬੰਦੀ ਬਣਾਈ ਹੈ। ਆਸ ਹੈ ਕਿ ਇਹ ਵੀਰ ਜਦੋਂ ਉੱਥੇ ਜਾਣਗੇ ਤਾਂ 6 ਤਰੀਕ ਨੂੰ ਜਦੋਂ ਅਸੀਂ KMP ਤੇ ਜਾਮ ਦਾ ਸੱਦਾ ਦਿੱਤਾ ਹੈ ਜਿਹੜਾ 5 ਘੰਟੇ ਦਾ, ਉਸ 'ਚ ਗੱਜ-ਵੱਜ ਕੇ ਸ਼ਾਮਲ ਹੋਣਗੇ। ਮੋਦੀ ਸਰਕਾਰ ਦੇ ਸਾਰੇ ਭਰਮ ਤੇ ਸਾਰੇ ਵਹਿਮ ਕੱਢ ਦਿਆਂਗੇ, ਚਿੱਪ ਪਾ ਦਿਆਂਗੇ। ਇੱਕ ਜੀ ਕਮੈਂਟ ਦੇ ਵਿੱਚ ਸਵਾਲ ਪੁੱਛਿਆ ਜਾ ਰਿਹਾ, ਕਿੰਨੇ ਜਣੇ ਬਾਕੀ ਰਹਿ ਗਏ, ਕਿੰਨੇ ਫਾਰਮਰ ਹੈ ਜਿਹੜੇ? 119 ਕਿਸਾਨਾਂ ਦੀ ਜ਼ਮਾਨਤ ਹੋ ਚੁੱਕੀ ਹੈ, 103 ਕਿਸਾਨ ਬਾਹਰ ਆ ਗਏ, ਬਾਕੀ ਦਾ ਪ੍ਰੋਸੈਸ ਚੱਲਦਾ, ਉਹ ਕੱਲ ਵੀ ਬਾਹਰ ਆਉਣਗੇ। ਪਿੱਛੇ 32 ਕਿਸਾਨ ਬਾਕੀ ਜਿਹੜੇ ਹਾਲੇ ਬੰਦ ਨੇ, ਉਹਨਾਂ ਦੀ ਜ਼ਮਾਨਤ ਹੋ ਜਾਏਗੀ। ਇੱਕ ਇਕੱਠੀ ਨਾ ਫੋਟੋ